ਜਿਹੜੇ ਕਾਂਗਰਸ ਨੇ ਧੋਖਾ ਕੀਤਾ, ਵਾਅਦੇ ਕੀਤੇ, ਇੱਕ ਵਾਅਦਾ ਪੂਰਾ ਨਹੀਂ ਕੀਤਾ। ਇੱਕ ਵੀ ਦੱਸੋ ਜਿਹੜਾ ਵਾਅਦਾ ਕੀਤਾ ਹੋਵੇ। ਹਾਂ, ਇੱਕ ਵਾਅਦਾ ਕੀਤਾ ਪੂਰਾ ਭੁੱਲ ਜਾਵੇ ਆਪਾਂ ਵੀ ਜਿਹੜੇ ਵੀ ਇਹਨਾਂ ਨੇ ਮੈਨੀਫੈਸਟੋ 'ਚ ਪਹਿਲਾਂ 2014 'ਚ ਦਿੱਤਾ ਸੀ ਨੈਸ਼ਨਲ ਕਾਂਗਰਸ ਨੇ ਕਿ ਜਦੋਂ ਅਸੀਂ ਆ ਗਏ ਤਾਕਤ ਵਿੱਚ ਤਾਂ ਅਸੀਂ ਐਕਟ ਬਣਾਵਾਂਗੇ। ਜਿਹੜੇ ਹੁਣ ਵਾਲਾ ਐਕਟ ਬਣਾਇਆ ਮੋਦੀ ਨੇ, ਇਹੀ ਐਕਟ ਉਸ ਵੇਲੇ ਦੇ ਏਜੰਡੇ 'ਚ ਇਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਦੋਸਤ ਸਨੀ ਕੈਂਥ। ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਔਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਆਸ ਕਰਦਾ ਮੈਂ ਤੁਹਾਡੀ ਇਹ ਦੀਵਾਲੀ ਔਰ ਤੁਹਾਡਾ ਪਰਿਵਾਰ ਚੰਗਾ ਸਿਹਤਮੰਦ ਔਰ ਚੰਗੇ ਤਰੀਕੇ ਨਾਲ ਤੁਸੀਂ ਦੀਵਾਲੀ ਮਨਾਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸੂਬੇ ਵਿੱਚ ਅਨੇਕਾਂ ਹੀ ਸਿਆਸੀ ਪਾਰਟੀਆਂ ਹਨ, ਜਿਨ੍ਹਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੀ ਪੰਥਕ ਪਾਰਟੀ ਕਹਾਈ ਜਾਂਦੀ ਹੈ, ਜੋ ਕਿ 1920 ਦੇ ਵਿੱਚ ਇੱਕ ਪੰਥਕ ਲਹਿਰ ਨਾਲ ਸ਼ੁਰੂ ਹੋਈ ਸੀ, ਜਿਸ ਦੇ 100 ਸਾਲ ਪੂਰੇ ਹੋਣ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਸਮਾਗਮ ਉਲੀਕਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਗਾਜ਼ ਵੀ ਕੀਤਾ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੇ ਸਮੇਂ ਵਿੱਚ 100 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਰਣਨੀਤੀ ਬਣਾਈ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੇ ਜਿੱਥੇ ਸਮਾਗਮ ਬਾਰੇ ਚਾਨਣਾ ਪਾਇਆ, ਉੱਥੇ ਹੀ ਕਾਂਗਰਸ ਤੇ ਵਾਰ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਬੂਰੇ ਗਏ ਇਹਨਾਂ ਤਿੰਨਾਂ ਬਿੱਲਾਂ ਨੂੰ ਭਾਜਪਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਜਥੇਬੰਦੀ ਦੀ ਮੀਟਿੰਗ ਸੀ, ਇਹਦਾ ਇੱਕ ਏਜੰਡਾ ਸੀ ਵੀ ਤਸ਼ਰੀ ਸ਼ਤਾਬਦੀ ਆ ਨਵੰਬਰ ਦਾ ਕਮੇਟੀ ਦੀ, ਉਹਨੂੰ 100 ਸਾਲ ਹੋ ਰਹੇ ਆ 15 ਨਵੰਬਰ ਨੂੰ। ਉਸ ਦਿਨ ਅਖੰਡ ਪਾਠ ਪ੍ਰਕਾਸ਼ ਕਰਾਇਆ ਜਾਣਾ ਉੱਥੇ 17 ਨੂੰ ਉਹਦੇ ਅਖੰਡ ਪਾਠਾਂ ਦੇ ਭੋਗ ਆਏ ਜਾਣੇ। ਉਸ ਤੋਂ ਬਾਅਦ 11 ਵਜੇ ਮੰਜੀ ਸਾਹਿਬ ਸਾਰਾ ਦਿਨ ਦੀਵਾਨ ਚੱਲਣਾ ਉੱਥੇ, ਅਤੇ ਉੱਥੇ ਬਹੁਤ ਸਾਰੇ ਹਰ ਧਰਮ ਦੇ ਮੂਹੀ ਬੰਦੇ ਨੂੰ ਵੀ ਸੱਦਿਆ ਔਰ ਉੱਥੇ ਜਿੰਨੇ ਇੰਪੋਰਟੈਂਟ ਬੰਦੇ ਜਿਹਨੇ ਕੁਰਬਾਨੀ ਪਰਿਵਾਰਾਂ ਦੀ ਉਹਨਾਂ ਨੂੰ ਬੁਲਾਇਆ, ਸੱਦਾ ਪੱਤਰ ਭੇਜਿਆ ਸਾਰਿਆਂ ਨੂੰ। ਕਰੋਨਾ ਕਰਕੇ ਬਾਹਰ ਨੂੰ ਆਉਣਾ ਬੜਾ ਮੁਸ਼ਕਿਲ ਹੋਇਆ ਪਿਆ। ਵਿਦੇਸ਼ਾਂ 'ਚ ਬਹੁਤ ਵੱਡੇ ਵੱਡੇ ਪਰਿਵਾਰ ਗਏ ਜਿਨ੍ਹਾਂ ਪਰਿਵਾਰਾਂ ਦੀ ਬਹੁਤ ਵੱਡੀ ਕੁਰਬਾਨੀ। ਜਿਵੇਂ ਤੇਜਾ ਸਮੁੰਦਰੀ ਹਾਲ ਬਣਿਆ, ਉਹਦਾ ਪੋਤਾ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਬੈਸਟ ਆ, ਉਹਨੂੰ ਵੀ ਸੱਦਾ ਪੱਤਰ ਦੇ ਪਰ ਕਰੋਨਾ ਕਰਕੇ ਉਹਦੀ ਮਜਬੂਰੀ ਸ਼ਾਇਦ ਨਾ ਆ ਸਕੇ। ਇਸ ਤਰ੍ਹਾਂ ਹੋਰ ਬਹੁਤ ਪਰਿਵਾਰ ਵੀ ਹੈਗੇ, ਇਹਨਾਂ ਦੀ ਬਹੁਤ ਵੱਡੀਆਂ ਕੁਰਬਾਨੀਆਂ। ਇਸ ਲਈ ਦੂਸਰਾ ਏਜੰਡਾ ਸਾਡਾ ਸ਼੍ਰੋਮਣੀ ਅਕਾਲੀ ਦਲ ਦੀ ਵੀ 100ਵੀਂ ਵਰ੍ਹੇਗੰਢ ਆ ਰਹੀ ਹੈ। 29 ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਦੋਂ, ਅਤੇ ਸ਼੍ਰੋਮਣੀ ਕਮੇਟੀ ਬਹੁਤ ਕੁਰਬਾਨੀਆਂ ਕਰਕੇ ਬਣੀ ਸੀ। ਉਹਦੇ ਜਿਹੜੇ ਜਥੇ ਸੀ ਬਹੁਤੇ ਅਕਾਲੀ ਦਲ ਦੀ ਪ੍ਰਧਾਨਗੀ ਲਈ ਚੱਲੇ, ਚਾਹੇ ਜੈਤੋ ਦਾ ਮੋਰਚਾ, ਚਾਹੇ ਕਾਣਾ ਸਾਹਿਬ ਦਾ ਸਾਕਾ ਹੋਇਆ, ਚਾਹੇ ਗੁਰੂ ਕੇ ਬਾਗ ਦਾ ਮੋਰਚਾ, ਬਾਬਾ ਖੜਕ ਸਿੰਘ ਚਾਪੀਆਂ ਦਾ ਮੋਰਚਾ। ਉਦੋਂ ਅਕਾਲੀ ਦਲ ਦੇ ਪ੍ਰਧਾਨ ਵੀ ਸੀ, ਉਹ AGP ਦੇ ਪ੍ਰਧਾਨ ਵੀ ਸੀ, ਅਤੇ ਉਹਨਾਂ ਨੂੰ ਉਦੋਂ ਉਸ ਵੇਲੇ ਦੇ ਮਹਾਤਮਾ ਗਾਂਧੀ ਨੇ ਕਿਹਾ ਵੀ ਤੁਸੀਂ ਇੱਕ ਤਰ੍ਹਾਂ ਦੀ ਇੰਨੇ ਝੋਗੇ ਸੀ ਅੰਗਰੇਜ਼ DC ਆ ਕੇ ਚਾਬੀਆਂ ਉੱਥੇ ਦੇ ਗਈ ਤੋਂ ਸਿੱਖਾਂ ਨਦੀਆਂ ਖੋਹ ਕੇ ਲੈ ਗਏ ਸੀ ਦਰਬਾਰ ਸਾਹਿਬ। ਉਹ ਝੋਗੇ ਸੀਗੇ ਵੀ ਮਹਾਤਮਾ ਗਾਂਧੀ ਨੇ ਚਿੱਠੀ ਲਿਖੀ ਸੀ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ। ਇਸ ਲਈ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹੀਦੀਆਂ ਦੀ ਜਥੇਬੰਦੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਮੇਟੀ ਆ, ਅਤੇ ਜਿਹੜੀ ਰਾਜਨੀਤਿਕ ਪਾਰਟੀ ਬਣਾਈ ਗਈ ਸੀ, ਕਿਉਂਕਿ ਸਾਡੇ ਜਿਹੜੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਉਹਨੇ ਅਕਾਲ ਤਖ਼ਤ ਦੀ ਰਚਨਾ ਕੀਤੀ। ਪਰ ਅਕਾਲ ਤਖ਼ਤ ਦੀ ਰਚਨਾ ਦੇ ਨਾਲ ਹੀ 2 ਨਿਸ਼ਾਨ ਸਾਹਿਬ ਬਣਾਏ। ਜਿਹੜੇ 2 ਨਿਸ਼ਾਨ ਸਾਹਿਬ ਆ, ਜਿਹੜਾ ਹਰਿਮੰਦਰ ਸਾਹਿਬ ਵਾਲੇ ਪਾਸੇ ਆ ਉੱਚਾ, ਅਤੇ ਜਿਹੜਾ ਅਕਾਲ ਤਖ਼ਤ ਵਾਲੇ ਪਾਸੇ ਨੀਵੇਂ ਆ। ਮਤਲਬ ਕਿ ਜਿਹੜੀ ਰਾਜਨੀਤੀ ਆ ਉਹ ਧਰਮ ਦੇ ਥੱਲੇ ਆ, ਧਰਮ ਪਹਿਲਾਂ ਸਾਡੇ ਲਈ, ਰਾਜਨੀਤੀ ਬਾਅਦ ਦੇ ਵਿੱਚ। ਇਸ ਦੀ ਸਾਨੂੰ ਸਿੱਖਿਆ ਮਿਲਦੀ ਹੈ ਉੱਥੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ। ਹੁਣ ਦੂਸਰਾ ਮੇਰੀ ਬੇਨਤੀ ਹੈ ਕਿ ਜਿਹੜੇ ਕਾਂਗਰਸ ਨੇ ਧੋਖਾ ਕੀਤਾ, ਵਾਅਦੇ ਕੀਤੇ, ਇੱਕ ਵਾਅਦਾ ਪੂਰਾ ਨਹੀਂ ਕੀਤਾ। ਇੱਕ ਵੀ ਦੱਸੋ ਜਿਹੜਾ ਵਾਅਦਾ ਕੀਤਾ ਹੋਵੇ। ਹਾਂ, ਇੱਕ ਵਾਅਦਾ ਕੀਤਾ ਪੂਰਾ ਭੁੱਲ ਜਾਵੇ ਆਪਾਂ ਵੀ ਜਿਹੜੇ ਵੀ ਇਹਨਾਂ ਨੇ ਮੈਨੀਫੈਸਟੋ 'ਚ ਪਹਿਲਾਂ 2014 'ਚ ਦਿੱਤਾ ਸੀ ਨੈਸ਼ਨਲ ਕਾਂਗਰਸ ਨੇ ਕਿ ਜਦੋਂ ਅਸੀਂ ਆ ਗਏ ਤਾਕਤ ਵਿੱਚ ਤਾਂ ਅਸੀਂ ਐਕਟ ਬਣਾਵਾਂਗੇ। ਜਿਹੜੇ ਹੁਣ ਵਾਲਾ ਐਕਟ ਬਣਾਇਆ ਮੋਦੀ ਨੇ, ਇਹੀ ਐਕਟ ਉਸ ਵੇਲੇ ਦੇ ਏਜੰਡੇ 'ਚ ਇਹਨਾਂ ਦੇ ਮੈਨੀਫੈਸਟੋ 'ਚ। ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਨਾ ਬਣੀ, ਫਿਰ 1919 ਦੇ ਮੈਨੀਫੈਸਟੋ 'ਚ ਪਾਇਆ ਕਿ ਅਸੀਂ ਐਕਟ ਬਣਾਵਾਂਗੇ ਜੇ ਸਾਡੀ ਸਰਕਾਰ ਬਣ ਜਾਏ। ਫਿਰ ਇਹਨਾਂ ਦੀ ਸਰਕਾਰ ਨਾ ਬਣੀ। ਫਿਰ ਜੋ 2017 ਦੇ ਵਿੱਚ ਚੋਣਾਂ ਹੋਈਆਂ ਪੰਜਾਬ ਦੀਆਂ, ਤਾਂ ਉਦੋਂ ਇਹਨਾਂ ਨੇ ਪੰਜਾਬ ਦੇ ਮੈਨੀਫੈਸਟੋ 'ਚ ਪਾਇਆ ਕਾਂਗਰਸ ਦੇ ਵਿੱਚ ਅਸੀਂ ਐਕਟ ਬਣਾਵਾਂਗੇ। ਅਤੇ ਉਦੋਂ ਜਦੋਂ ਐਕਟ ਬਣਾਇਆ, ਹੋਰ ਕੋਈ ਵਾਅਦਾ ਪੂਰਾ ਨਹੀਂ ਕੀਤਾ। 6 ਮਹੀਨਿਆਂ ਦੇ ਵਿੱਚ ਹੀ
ਅਗਸਤ ਦੇ ਵਿੱਚ ਇਹਨਾਂ ਨੇ ਐਕਟ ਬਣਾਤੇ ਤਿੰਨੇ। ਉਹਦੇ ਈ ਟ੍ਰੇਡਿੰਗ ਸ਼ੁਰੂ ਕੀਤੀ, 37 ਮੰਡੀਆਂ ਵੀ ਦੇਤੀਆਂ ਔਰ ਉਹ 'ਚ ਇਹ ਵੀ ਸੀ ਵੀ ਜਿਹੜੇ ਪ੍ਰਾਈਵੇਟ ਬੰਦੇ ਫੜ ਬਣਾ ਸਕਦੇ 4.5 ਏਕੜ ਦਾ, ਬਹੁਤ ਕੁਛ ਅੱਜ ਦੇਖੀਏ। ਉਹਦੀ ਨੀਂਹ ਮਾੜੇ ਕੰਮ ਦੀ ਕਾਂਸੇ ਰੱਖੀ ਤੇ ਬਲਦੀ ਦੇ ਉੱਤੇ ਤੇਲ ਜਿਹੜਾ ਉਹ ਬੀਜੇਪੀ ਨੇ ਪਾਇਆ। ਹੁਣ ਜਿਹੜਾ ਬੀਜੇਪੀ ਨੇ ਐਕਟ ਬਣਾਏ ਉਹਦਾ ਫਰਜ਼ ਬਣਦਾ ਹੀ ਬੀਜੇਪੀ ਦਾ ਵਿਰੋਧੀ ਪਾਰਟੀਆਂ ਨੂੰ ਤੇ ਕਿਸਾਨਾਂ ਦੀ ਜਥੇਬੰਦੀ ਰਾਇ ਕਰਕੇ ਕਾਲ ਨਹੀਂ ਸੀ ਸਾਰੇ ਰਾਇ ਕਰਕੇ ਬਣਾਏ ਜਾਂਦੇ। ਇਹਦੀ ਸਭ ਤੋਂ ਵੱਡੀ ਸੱਟ ਜਿਹੜੀ ਆ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਪੈ ਰਹੀ ਆ, ਜਿਸ ਕਰਕੇ ਪੰਜਾਬ ਤੇ ਹਰਿਆਣੇ ਦਾ ਕਿਸਾਨ ਮਹਿਸੂਸ ਕਰ ਰਿਹਾ ਕਿ ਸਾਨੂੰ ਭਰੋਸੇ ਜਿਹੜੇ ਕਿ ਇਹ ਐਕਟ ਹੋਣੇ ਚਾਹੀਦੇ ਸੀ। ਹੁਣ ਸਾਡੀ ਤਾਂ ਵਾਹਿਗੁਰੂ ਅੱਗੇ ਅਰਦਾਸ ਆ, ਕਾਂ ਦਾ ਦਿਲੋਂ ਖੁਸ਼ ਆ ਕਿ ਸਾਡੇ ਮਗਰ ਨਹੀਂ ਕੋਈ ਪੈਂਦਾ, ਅਸੀਂ ਵਾਅਦਾ ਕੋਈ ਪੂਰਾ ਨਹੀਂ ਕੀਤਾ, ਸਾਰਾ ਪੰਜਾਬ ਉਹਨਾਂ ਦੇ ਮਗਰ ਪੈ ਗਿਆ ਸੀਗਾ ਤੇ ਵੀ ਨਾ ਮਸਲਾ ਕੋਈ ਹੱਲ ਹੋਵੇ। ਪਰ ਬੀਜੇਪੀ ਨੂੰ ਅਸੀਂ ਕਹਿੰਦੇ ਹਾਂ ਪੰਜਾਬ ਦਾ ਬਾਰਡਰ ਸਟੇਟ ਆ ਇਹ, ਮੋਦੀ ਜੀ ਆਪ ਜਾਤੀ ਤੌਰ ਤੇ ਇੰਟਰਸਟ ਲੈਣ, ਭਾਵੇਂ ਹੁਣ ਕੱਲ੍ਹ ਨੂੰ 3 ਮਿਨਿਸਟਰਾਂ ਦੀ ਮੀਟਿੰਗ ਆ, ਉਹ ਰਾਜਨਾਥ ਸਿੰਘ ਬਹੁਤ ਸਿਆਣਾ ਬੰਦਾ ਸੀ ਆਪਦੇ ਨਿੱਜੀ ਤੌਰ ਤੇ, ਪਰ ਸਿਆਣਪ ਤਾਂ ਹੀ ਕੰਮ ਆਊ ਜੋ ਪੰਜਾਬ ਦਾ ਇਹ ਮਸਲਾ ਹੱਲ ਕਰੇ। ਕਿਸਾਨਾਂ ਦਾ ਬਹੁਤ ਵੱਡੀ ਗੱਲ ਨਹੀਂ, ਇਹ ਜਿਹੜੀ ਉਲਝੀ ਗੱਲ ਆ ਉਹਨੂੰ ਇਹ ਸੁਧਾਰ ਸਕਦੇ ਆ। ਸਰ ਕੇਂਦਰ ਵੱਲੋਂ 2 ਵਾਰੀ ਸੱਦਾ ਭੇਜਿਆ ਗਿਆ, ਬੇਸਿੱਟਾ ਨਿਕਲੀ ਆ ਮੀਟਿੰਗ, ਲੱਗਦਾ ਕਿ ਹੁਣ ਕੋਈ ਉਹ ਜਿਹੜੀ ਉਹ ਪਹਿਲੀ ਸੀ ਨਾ ਬੇਸਿੱਟਾ, ਉਹਦੇ ਕੋਈ ਭੁਲੇਖੇ ਸੀ। ਉਹ ਕਹਿੰਦੇ ਇਹ ਸੈਕਟਰੀ ਲਈ ਸੱਦਾ ਪੱਤਰ ਹੀ ਸਾਡਾ, ਸੈਕਟਰੀ ਮੀਟਿੰਗ ਬੈਠਾ ਮਿਨਿਸਟਰ ਨੇ ਟਾਈਮ ਨਹੀਂ ਦਿੱਤਾ ਸੀ ਇਹਦੇ ਵਿੱਚ, ਉਹਦੀ ਦੂਜੀ ਤੇ ਨਹੀਂ ਮੰਨਿਆ। ਹੁਣ ਸਾਨੂੰ ਆਸ ਹੈ ਜੇ ਆਪਾਂ ਮੀਡੀਆ ਵਾਲੇ ਮੈਂ ਹੱਥ ਹੋਣਾ, ਤੁਸੀਂ ਵੀ ਨਾ ਬਾਹਲਾ ਕਈ ਵਾਰ ਆਪਾਂ ਕਹਿੰਦੇ ਆ ਵੀ ਮੀਡੀਆ ਤਾਂ ਨੈਗੇਟਿਵ ਦਿੰਦਾ ਉਹਨੂੰ ਦੇ ਦੇ ਲੋਕ ਵੱਧ ਆ, ਜਿੱਥੇ ਪੋਜ਼ੀਟਿਵ ਤੇ ਉਹਨੂੰ ਦੇ ਦੇ ਹੀ ਘੱਟ ਆ ਲੋਕ। ਸੱਚੀ ਗੱਲ ਤਾਂ ਮੀਡੀਆ ਦਾ ਚਾਹੇ ਅਖਬਾਰ ਲੈ ਲਓ ਚਾਹੇ ਛੋਟਾ ਲੈ ਲਓ, ਇਹ ਹੁੰਦਾ ਵੀ ਨੈਗੇਟਿਵ ਦਿਓ ਤਾਂ ਵੱਧ ਦੇਖਣਗੇ ਤੇ ਪੋਜ਼ੀਟਿਵ ਦਿਓ ਤਾਂ ਘੱਟ ਦੇਖਣਗੇ। ਹੁਣ ਤੁਸੀਂ ਪੰਜਾਬ ਦੇ ਭਲੇ ਵਾਸਤੇ ਪੋਜ਼ੀਟਿਵ ਦਿਓ, ਖੇਤੀ ਬਿੱਲਾਂ 'ਚ ਇਹ ਅਰਦਾਸ ਕਰੋ ਕਿ ਮਸਲਾ ਹੱਲ ਹੋ ਜੇ ਕੱਲ੍ਹ ਨੂੰ ਮੀਟਿੰਗ। ਖੇਤੀ ਬਿੱਲਾਂ 'ਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਦੀ ਭੂਮਿਕਾ ਸਾਫ਼ ਹੀ ਨਹੀਂ। ਜੇ ਸਾਫ਼ ਹੁੰਦੀ ਮੈਂ ਬੋਲਦੇ ਨੂੰ ਵੀ ਕਿਹਾ ਤਰੀਕਾ ਕੀ ਹੁੰਦਾ, ਜਦੋਂ ਸਾਡੇ ਵੇਲੇ ਉਲਝਿਆ ਕੰਮ ਸੀ ਝੋਨੇ ਦੀ ਖਰੀਦ ਦਾ, ਉਦੋਂ 8 ਮਿੰਟ ਸਕਲਰ ਸੀ ਦੋ ਅਸੀਂ ਦਿੱਲੀ ਦੇ ਬਾਦ ਸਾਹਿਬ ਅਸੀਂ ਸਾਰੇ ਬੀਜੇਪੀ ਨਾਲ ਜਾ ਕੇ ਹੱਲ ਕਰਾਇਆ, 24 ਘੰਟੇ ਹੱਲ ਕਰਾਤਾ। ਇੱਥੇ ਮੁੱਖ ਮੰਤਰੀ ਆਪ ਜਾਂਦਾ, ਨਹੀਂ ਤਾਂ ਵਿਰੋਧੀ ਪਾਰਟੀ ਨੂੰ ਨਾਲ ਲੈਂਦਾ, ਨਾਲ ਕਿਸਾਨਾਂ ਦੀ ਜਥੇਬੰਦੀ 5 ਬੰਦੇ ਲੈਂਦਾ, ਉੱਥੇ ਜਾ ਕੇ ਬਹਿੰਦਾ, ਪ੍ਰਾਈਮ ਮਿਨਿਸਟਰ ਤੋਂ ਟਾਈਮ ਮੰਗਦਾ, ਬੈਠ ਕੇ ਹੱਲ ਕਰ ਲੈਂਦੇ। ਕੋਈ ਔਖਾ ਨਹੀਂ ਸੀ, ਨੀਤ ਹੋਵੇ ਸਭ ਕੁਝ ਨਿਕਲ ਜਾਂਦਾ, ਪਰ ਇਹ ਤਾਂ ਚਾਹੁੰਦੇ ਨਹੀਂ ਵੀ ਹੱਲ ਹੋਵੇ। ਅਸਲ ਕੰਮ ਤਾਂ ਇਹ ਸੀ, ਜਿਵੇਂ ਅਸੀਂ ਉਦੋਂ ਕਿੰਨਾ ਤੁਹਾਡੇ ਜੱਤਵਾਲ ਬਿਆਨ ਦੇ ਕੇ ਗਿਆ 2000 'ਚ ਵੀ ਮੈਂ ਨਹੀਂ ਝੋਨਾ ਖਰੀਦਣਾ, ਪੰਜਾਬ ਦਾ ਡਿਸਕਲਰ 8%, ਤੇ ਮੈਂ ਅਸੀਂ ਆਪ ਹੱਲ ਕਰਿਆ। ਮੈਂ ਉਦੋਂ ਆਪ ਵਿੱਦਿਆ ਮੰਤਰੀ ਮੈਂ ਹੀ ਰਾਏ ਦਿੱਤੀ ਵੀ ਜੀਲਡ ਘਟਾ ਦਿਓ, ਜੀਲਡ 64 ਕਿਲੋ ਕੀਤੀ, 67 ਦੀ ਜੇ 67 ਕਿਲੋ ਚੌਲ ਪਾ ਦਿੰਦੇ ਹੁਣ, ਉਹ 64 ਕਿਲੋ ਦਿੱਤੀ, 3 ਕਿਲੋ ਛੋੜ ਦਿੱਤੀ, ਛੇਲਰ ਨੇ ਸਾਰਾ ਕੱਢਤਾ, ਚੁੱਕ ਲਿਆ ਸਾਰਾ ਮੰਡੀਆਂ 'ਚੋਂ ਝੋਨਾ। ਇਸ ਤਰ੍ਹਾਂ ਹੁਣ ਕੋਈ ਹੱਲ ਕਰਨਾ ਕੋਈ ਔਖਾ ਨਹੀਂ ਗਾ। ਜਿਹੜੀਆਂ ਕਿਸਾਨਾਂ ਦੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਰੀਕਨਸੀਡਰ ਕੀਤਾ ਜਾ ਸਕਦਾ ਜੀ। 26-27 ਨੂੰ ਦਿੱਲੀ ਜਾ ਰਿਹਾ, ਕੂਚ ਕਰ ਰਿਹਾ ਕਿਸਾਨ, ਸ਼੍ਰੋਮਣੀ ਅਕਾਲੀ ਦਲ ਦਾ ਕੀ? ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲੇ ਸਾਡੇ ਪ੍ਰਧਾਨ ਦਾ ਬਿਆਨ ਵੀ ਜੋ ਵੀ ਤੁਹਾਡਾ ਕਿਸਾਨਾਂ ਦੇ ਨਾਲ ਅਸੀਂ ਐਕਟ ਬਣਾਵਾਂਗੇ, ਤੇ ਉਦੋਂ ਜੋ ਵੱਲੋਂ ਐਕਟ ਬਣਾਇਆ ਹੋਰ ਕੋਈ ਵਾਅਦਾ ਪੂਰਾ ਨਹੀਂ ਕੀਤਾ। 6 ਮਹੀਨਿਆਂ ਦੇ ਵਿੱਚ ਹੀ ਅਗਸਤ ਦੇ ਵਿੱਚ ਇਹਨਾਂ ਨੇ ਐਕਟ ਬਣਾਤੇ ਤਿੰਨੇ। ਉਹਦੇ ਈ ਟ੍ਰੇਡਿੰਗ ਸ਼ੁਰੂ ਕੀਤੀ, 37 ਮੰਡੀਆਂ ਵੀ ਦੇਤੀਆਂ ਔਰ ਉਹ 'ਚ ਇਹ ਵੀ ਸੀ ਵੀ ਜਿਹੜੇ ਪ੍ਰਾਈਵੇਟ ਬੰਦੇ ਫੜ ਬਣਾ ਸਕਦੇ 4.5 ਏਕੜ ਦਾ, ਬਹੁਤ ਕੁਛ ਅੱਜ ਦੇਖੀਏ। ਉਹਦੀ ਨੀਂਹ ਮਾੜੇ ਕੰਮ ਦੀ ਕਾਂਸੇ ਰੱਖੀ ਤੇ ਬਲਦੀ ਦੇ ਉੱਤੇ ਤੇਲ ਜਿਹੜਾ ਉਹ ਬੀਜੇਪੀ ਨੇ ਪਾਇਆ। ਹੁਣ ਜਿਹੜਾ ਬੀਜੇਪੀ ਨੇ ਐਕਟ ਬਣਾਏ ਉਹਦਾ ਫਰਜ਼ ਬਣਦਾ ਹੀ ਬੀਜੇਪੀ ਦਾ ਵਿਰੋਧੀ ਪਾਰਟੀਆਂ ਨੂੰ ਤੇ ਕਿਸਾਨਾਂ ਦੀ ਜਥੇਬੰਦੀ ਰਾਇ ਕਰਕੇ ਕਾਲ ਨਹੀਂ ਸੀ ਸਾਰੇ ਰਾਇ ਕਰਕੇ ਬਣਾਏ ਜਾਂਦੇ। ਇਹਦੀ ਸਭ ਤੋਂ ਵੱਡੀ ਸੱਟ ਜਿਹੜੀ ਆ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਪੈ ਰਹੀ ਆ, ਜਿਸ ਕਰਕੇ ਪੰਜਾਬ ਤੇ ਹਰਿਆਣੇ ਦਾ ਕਿਸਾਨ ਮਹਿਸੂਸ ਕਰ ਰਿਹਾ ਕਿ ਸਾਨੂੰ ਭਰੋਸੇ ਜਿਹੜੇ ਕਿ ਇਹ ਐਕਟ ਹੋਣੇ ਚਾਹੀਦੇ ਸੀ। ਹੁਣ ਸਾਡੀ ਤਾਂ ਵਾਹਿਗੁਰੂ ਅੱਗੇ ਅਰਦਾਸ ਆ, ਕਾਂ ਦਾ ਦਿਲੋਂ ਖੁਸ਼ ਆ ਕਿ ਸਾਡੇ ਮਗਰ ਨਹੀਂ ਕੋਈ ਪੈਂਦਾ, ਅਸੀਂ ਵਾਅਦਾ ਕੋਈ ਪੂਰਾ ਨਹੀਂ ਕੀਤਾ, ਸਾਰਾ ਪੰਜਾਬ ਉਹਨਾਂ ਦੇ ਮਗਰ ਪੈ ਗਿਆ ਸੀਗਾ ਤੇ ਵੀ ਨਾ ਮਸਲਾ ਕੋਈ ਹੱਲ ਹੋਵੇ। ਪਰ ਬੀਜੇਪੀ ਨੂੰ ਅਸੀਂ ਕਹਿੰਦੇ ਹਾਂ ਪੰਜਾਬ ਦਾ ਬਾਰਡਰ ਸਟੇਟ ਆ ਇਹ, ਮੋਦੀ ਜੀ ਆਪ ਜਾਤੀ ਤੌਰ ਤੇ ਇੰਟਰਸਟ ਲੈਣ, ਭਾਵੇਂ ਹੁਣ ਕੱਲ੍ਹ ਨੂੰ 3 ਮਿਨਿਸਟਰਾਂ ਦੀ ਮੀਟਿੰਗ ਆ, ਉਹ ਰਾਜਨਾਥ ਸਿੰਘ ਬਹੁਤ ਸਿਆਣਾ ਬੰਦਾ ਸੀ ਆਪਦੇ ਨਿੱਜੀ ਤੌਰ ਤੇ, ਪਰ ਸਿਆਣਪ ਤਾਂ ਹੀ ਕੰਮ ਆਊ ਜੋ ਪੰਜਾਬ ਦਾ ਇਹ ਮਸਲਾ ਹੱਲ ਕਰੇ। ਕਿਸਾਨਾਂ ਦਾ ਬਹੁਤ ਵੱਡੀ ਗੱਲ ਨਹੀਂ, ਇਹ ਜਿਹੜੀ ਉਲਝੀ ਗੱਲ ਆ ਉਹਨੂੰ ਇਹ ਸੁਧਾਰ ਸਕਦੇ ਆ। ਸਰ ਕੇਂਦਰ ਵੱਲੋਂ 2 ਵਾਰੀ ਸੱਦਾ ਭੇਜਿਆ ਗਿਆ, ਬੇਸਿੱਟਾ ਨਿਕਲੀ ਆ ਮੀਟਿੰਗ, ਲੱਗਦਾ ਕਿ ਹੁਣ ਕੋਈ ਉਹ ਜਿਹੜੀ ਉਹ ਪਹਿਲੀ ਸੀ ਨਾ ਬੇਸਿੱਟਾ, ਉਹਦੇ ਕੋਈ ਭੁਲੇਖੇ ਸੀ। ਉਹ ਕਹਿੰਦੇ ਇਹ ਸੈਕਟਰੀ ਲਈ ਸੱਦਾ ਪੱਤਰ ਹੀ ਸਾਡਾ, ਸੈਕਟਰੀ ਮੀਟਿੰਗ ਬੈਠਾ ਮਿਨਿਸਟਰ ਨੇ ਟਾਈਮ ਨਹੀਂ ਦਿੱਤਾ ਸੀ ਇਹਦੇ ਵਿੱਚ, ਉਹਦੀ ਦੂਜੀ ਤੇ ਨਹੀਂ ਮੰਨਿਆ। ਹੁਣ ਸਾਨੂੰ ਆਸ ਹੈ ਜੇ ਆਪਾਂ ਮੀਡੀਆ ਵਾਲੇ ਮੈਂ ਹੱਥ ਹੋਣਾ, ਤੁਸੀਂ ਵੀ ਨਾ ਬਾਹਲਾ ਕਈ ਵਾਰ ਆਪਾਂ ਕਹਿੰਦੇ ਆ ਵੀ ਮੀਡੀਆ ਤਾਂ ਨੈਗੇਟਿਵ ਦਿੰਦਾ ਉਹਨੂੰ ਦੇ ਦੇ ਲੋਕ ਵੱਧ ਆ, ਜਿੱਥੇ ਪੋਜ਼ੀਟਿਵ ਤੇ ਉਹਨੂੰ ਦੇ ਦੇ ਹੀ ਘੱਟ ਆ ਲੋਕ। ਸੱਚੀ ਗੱਲ ਤਾਂ ਮੀਡੀਆ ਦਾ ਚਾਹੇ ਅਖਬਾਰ ਲੈ ਲਓ ਚਾਹੇ ਛੋਟਾ ਲੈ ਲਓ, ਇਹ ਹੁੰਦਾ ਵੀ ਨੈਗੇਟਿਵ ਦਿਓ ਤਾਂ ਵੱਧ ਦੇਖਣਗੇ ਤੇ ਪੋਜ਼ੀਟਿਵ ਦਿਓ ਤਾਂ ਘੱਟ ਦੇਖਣਗੇ। ਹੁਣ ਤੁਸੀਂ ਪੰਜਾਬ ਦੇ ਭਲੇ ਵਾਸਤੇ ਪੋਜ਼ੀਟਿਵ ਦਿਓ, ਖੇਤੀ ਬਿੱਲਾਂ 'ਚ ਇਹ ਅਰਦਾਸ ਕਰੋ
ਕਿ ਮਸਲਾ ਹੱਲ ਹੋ ਜੇ ਕੱਲ੍ਹ ਨੂੰ ਮੀਟਿੰਗ। ਖੇਤੀ ਬਿੱਲਾਂ 'ਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਪੰਜਾਬ ਸਰਕਾਰ ਦੀ ਭੂਮਿਕਾ ਸਾਫ਼ ਹੀ ਨਹੀਂ। ਜੇ ਸਾਫ਼ ਹੁੰਦੀ ਮੈਂ ਬੋਲਦੇ ਨੂੰ ਵੀ ਕਿਹਾ ਤਰੀਕਾ ਕੀ ਹੁੰਦਾ ਜਦੋਂ ਸਾਡੇ ਵੇਲੇ ਉਲਝਿਆ ਕੰਮ ਸੀ ਝੋਨੇ ਦੀ ਖਰੀਦ ਦਾ ਉਦੋਂ 8 ਫੁੱਟ ਸਕਲਰ ਸੀ ਦੋ ਅਸੀਂ ਦਿੱਲੀ ਜੇ ਬਾਦ ਸਾਹਿਬ ਅਸੀਂ ਸਾਰੇ ਬੀਜੇਪੀ ਨਾਲ ਜਾ ਕੇ ਹੱਲ ਕਰਾਇਆ 24 ਘੰਟੇ ਹੱਲ ਕਰਾਤਾ। ਇੱਥੇ ਮੁੱਖ ਮੰਤਰੀ ਆਪ ਜਾਂਦਾ ਨਹੀਂ ਤਾਂ ਵਿਰੋਧੀ ਪਾਰਟੀ ਨੂੰ ਨਾਲ ਲੈਂਦਾ, ਨਾਲ ਕਿਸਾਨਾਂ ਦੀ ਜਥੇਬੰਦੀ 5 ਬੰਦੇ ਲੈਂਦਾ, ਉੱਥੇ ਜਾ ਕੇ ਬਹਿੰਦਾ ਪ੍ਰਾਈਮ ਮਿਨਿਸਟਰ ਤੋਂ ਟਾਈਮ ਮੰਗਦਾ, ਬੈਠ ਕੇ ਹੱਲ ਕਰ ਲੈਂਦੇ ਕੋਈ ਔਖਾ ਨਹੀਂ ਸੀ। ਨੀਤ ਹੋਵੇ ਸਭ ਕੁਝ ਨਿਕਲ ਜਾਂਦਾ ਪਰ ਇਹ ਤਾਂ ਚਾਹੁੰਦੇ ਨਹੀਂ ਕਿ ਵੀ ਹੱਲ ਹੋਵੇ। ਅਸਲ ਕੰਮ ਤਾਂ ਇਹ ਸੀ ਜਿਵੇਂ ਅਸੀਂ ਉਦੋਂ ਕਿੰਨਾ ਤੁਹਾਡੇ ਜੱਤਵਾਲ ਬਿਆਨ ਦੇ ਕੇ ਗਿਆ 2000 'ਚ ਵੀ ਮੈਂ ਨਹੀਂ ਝੋਨਾ ਖਰੀਦਣਾ, ਪੰਜਾਬ ਦਾ ਡਿਸਕਲਰ 8% ਤੇ ਮੈਂ ਅਸੀਂ ਆਪ ਹੱਲ ਕਰਿਆ। ਮੈਂ ਉਦੋਂ ਆਪ ਵਿੱਤ ਮੰਤਰੀ ਮੈਂ ਹੀ ਰਾਏ ਦਿੱਤੀ ਵੀ ਜੀਲਡ ਘਟਾ ਦਿਓ। ਜੀਲਡ 64 ਕਿਲੋ ਕੀਤੀ 67 ਦੀ 67 ਕਿਲੋ ਚੌਲ ਹੁਣ ਪਾ ਦਿੰਦੇ ਹੁਣ 64 ਕਿਲੋ ਦਿੱਤੀ 3 ਕਿਲੋ ਛੋੜ ਦਿੱਤੀ। ਪ੍ਰਾਈਮ ਉਹਦੇ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ।